ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾ ਪਾਸੋਂ ਆਪ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਉਹਨਾਂ ਦੀ ਪਾਕ ਬਾਣੀ ਦੀ ਕਥਾ ਵਿਚਾਰ ਆਪ ਸੰਗਤ ਦੇ ਨਾਲ ਸਾਂਝੀ ਕਰਨੀ ਹੈ। ਆਓ ਉਸ ਅਗੰਮੀ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਗੁਰੂ ਮਹਾਰਾਜ ਦਾ ਜੋ ਪਾਕ ਗਲੂਏ ਮੁਬਾਰਕ ਤੋਂ ਪ੍ਰਗਟ ਹੋਇਆ ਫੁਰਮਾਨ ਹੈ, ਆਪ ਸੰਗਤ ਦੇ ਨਾਲ ਗੁਰੂ ਕੇ ਪਾਕ ਸ਼ਲੋਕਾਂ ਦੀ ਜੋ ਉਥਾਨਕਾ ਹੈ ਕੱਲ ਸਾਂਝੀ ਕੀਤੀ ਸੀ। ਪਹਿਲਾ ਸ਼ਲੋਕ ਮਹਾਰਾਜ ਚਾਂਦਨੀ ਚੌਂਕ ਲੋਹੇ ਦੇ ਪਿੰਜਰੇ ਵਿੱਚ ਬੈਠੇ ਹੋਏ ਉਚਾਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਇੱਕ ਪਰਮਾਤਮਾ ਦਾ ਮੰਗਲ ਕਰਦੇ ਨੇ ਬਾਣੀ ਦੇ ਸ਼ੁਰੂ ਵਿੱਚ, ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਨੂੰ, ਇਸ਼ਟ ਨੂੰ ਯਾਦ ਕਰਦੇ ਨੇ ਪਾਤਸ਼ਾਹ। ਉਹ ਅਕਾਲ ਪੁਰਖ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ। ਸਤ ਗੁਰ ਉਹ ਸੱਚ ਸਰੂਪ ਹੈ। ਗੁਰ ਦਾ ਭਾਵ ਹੈ ਉਹ ਅਗਿਆਨ ਦਾ ਨਾਸ਼ ਕਰਤਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਉਹ ਕਿਰਪਾਲੂ ਬੜਾ ਹੈ, ਦਿਆਲੂ ਬੜਾ ਹੈ, ਦਇਆਵਾਨ ਹੈ, ਕਿਰਪਾ ਕਰਨ ਵਾਲਾ ਹੈ, ਰਹਿਮ ਕਰਨ ਵਾਲਾ ਹੈ। ਔਰ ਦੂਸਰਾ ਇਹਦਾ ਭਾਵ ਹੈ ਵੀ ਉਹ ਅਕਾਲ ਪੁਰਖ ਸਤਿਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਇਹ ਸ਼ਲੋਕ ਮਹਾਰਾਜ ਉਚਾਰਦੇ ਨੇ। ਗੁਰੂ ਨਾਨਕ ਦੇ ਤਖਤ ਦੇ 9ਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ, ਉਹ ਅਕਾਲ ਪੁਰਖ ਦੀ ਅਗੰਮੀ ਜੋਤ ਦਾ 9ਵਾਂ ਮਹੱਲ, ਜਿਸ ਮਹੱਲ ਵਿੱਚ ਉਹ ਜੋਤ ਟਿਕੀ। ਜਿਵੇਂ ਪਹਿਲਾ ਮਹੱਲ ਗੁਰੂ ਨਾਨਕ ਸਾਹਿਬ ਨੇ, ਜਿੱਥੇ ਅਕਾਲ ਪੁਰਖ ਦੀ ਅਗੰਮੀ ਜੋਤ ਨੇ ਟਿਕ ਕੇ ਸੱਚ ਦਾ
ਪ੍ਰਚੰਡ ਪ੍ਰਚਾਰ ਦੁਨੀਆ ਵਿੱਚ ਕੀਤਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜਾਮਾ ਬਦਲਦੀ ਹੈ ਜੋਤ, ਇੱਕ ਤੋਂ ਬਾਅਦ ਇੱਕ ਨੌਵੇਂ ਜਾਮੇ ਵਿੱਚ ਸਮਾਏ ਨੇ। ਉਸ ਜਾਮੇ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਹੈ। ਹੁਣ ਮਹਾਰਾਜ ਇੱਥੇ ਕਹਿੰਦੇ ਨੇ ਇਹ ਜੀਵਨ ਅਕਾਲ ਪੁਰਖ ਦੇ ਗੀਤ ਗਾ ਕੇ ਸਫਲਾ ਕਰਨਾ ਸੀ, ਪਰ ਇੱਥੇ ਲੋਕਾਈ ਗੁਣ ਗਾ ਨਹੀਂ ਪਾਉਂਦੀ, ਸੋ ਜੀਵਨ ਉਹਨਾਂ ਦਾ ਵਿਅਰਥ ਚਲਿਆ ਜਾਂਦਾ ਹੈ। ਗੁਣ ਦਾ ਭਾਵ ਹੈ ਵਿਸ਼ੇਸ਼ਣ, ਖੂਬੀ, ਸਿਫਤੋ ਸਲਾਹ, ਚੰਗੇ ਕੰਮ, ਨੇਕ ਅਮਲ, ਚੰਗਿਆਈਆਂ। ਹੁਣ ਅੱਗੇ ਲਫ਼ਜ਼ ਹੈ ਗੋਬਿੰਦ। ਗੋ ਪ੍ਰਿਥਵੀ ਨੂੰ ਕਹਿੰਦੇ ਨੇ, ਧਰਤੀ ਨੂੰ। ਬਿੰਦ ਦਾ ਭਾਵ ਹੈ ਜੋ ਰੱਖਿਆ ਕਰੇ ਪ੍ਰਿਥਵੀ ਦੀ, ਜੋ ਪਾਲਣਾ ਕਰੇ ਪ੍ਰਿਥਵੀ ਦੀ। ਗੋ ਦਾ ਮਤਲਬ ਗੁਰਬਾਣੀ ਵੀ ਹੈ, ਬਿੰਦ ਦਾ ਮਤਲਬ ਹੈ ਜੋ ਲੱਭਿਆ ਜਾਵੇ, ਗੁਰਬਾਣੀ ਨਾਲ ਜੋ ਲੱਭਦਾ ਹੈ ਉਹ ਪ੍ਰਮਾਤਮਾ। ਗਿਆਨ ਕਰਕੇ ਜੋ ਪ੍ਰਾਪਤ ਹੋਣ ਵਾਲਾ ਹੈ ਵਾਹਿਗੁਰੂ। ਗੋ ਦਾ ਮਤਲਬ ਵਿਸ਼ੇਸ਼ ਕਰਕੇ ਦੇਵ ਬਾਣੀ ਵੀ ਹੈ। ਬਿੰਦ ਦਾ ਮਤਲਬ ਜਾਣਨਾ ਹੈ, ਜੋ ਪ੍ਰਮਾਤਮਾ ਬਾਣੀ ਕਰਕੇ ਜਾਣਿਆ ਜਾ ਸਕਦਾ ਹੈ। ਗੋ ਬੈਕੁੰਠ ਨੂੰ ਵੀ ਕਹਿੰਦੇ ਨੇ, ਸੱਚਖੰਡ ਨੂੰ। ਵਿੰਦ ਦਾ ਮਤਲਬ ਹੈ ਪ੍ਰਾਪਤ ਕਰਨਾ। ਉਹ ਮਹਾਪੁਰਸ਼ ਜਿਨ੍ਹਾਂ ਨੇ ਬੈਕੁੰਠ ਪ੍ਰਾਪਤ ਕਰ ਲਿਆ ਹੈ, ਜੋ ਮੁਕਤ ਹੋ ਗਏ ਨੇ, ਜਿਨ੍ਹਾਂ ਨੂੰ ਨਿਜਾਤ ਹਾਸਲ ਹੋ ਚੁੱਕੀ ਹੈ। ਤੇ ਸਨਾਤਨ ਮਤ ਵਿੱਚ ਹਿੰਦੂ ਵੀਰ ਗੋਬਿੰਦ ਕ੍ਰਿਸ਼ਨ ਜੀ ਨੂੰ ਵੀ ਕਹਿੰਦੇ ਨੇ, ਜੋ ਗਊ ਨੂੰ ਲਾਭ ਪਹੁੰਚਾਉਣ ਵਾਲਾ ਹੈ। ਸੋ ਇੱਥੇ ਗੋਬਿੰਦ ਤੋਂ ਭਾਵ ਹੈ ਸਿੱਖ ਜਗਤ ਅੰਦਰ ਜੋ ਧਰਤੀ ਦਾ ਪਾਲਕ ਹੈ, ਰੱਖਿਅਕ ਹੈ, ਸਦੀਵੀ ਰਹਿਣ ਵਾਲਾ ਜੋ ਪਰਮੇਸ਼ਵਰ ਹੈ। ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜਿਨ੍ਹਾਂ ਨੇ ਅਕਾਲ ਪੁਰਖ ਦੇ ਗੀਤ ਨਹੀਂ ਗਾਏ, ਉਹਨਾਂ ਦਾ ਜੀਵਨ ਅਕਾਰਥ ਹੈ। ਅਕਾਰਥ ਦਾ ਮਤਲਬ ਹੈ ਬੇਅਰਥ ਹੈ, ਨਿਕੰਮਾ ਹੈ, ਨਿਰਾਰਥਕ ਹੈ, ਕੋਈ ਫਲ ਪ੍ਰਦਾਇਕ ਨਹੀਂ ਹੈ, ਪ੍ਰਯੋਜਨਹੀਨ ਹੈ। ਅਜਾਈ ਹੀ ਨਿਸਫਲ ਉਹਨਾਂ ਨੇ ਜੀਵਨ ਗਵਾ ਲਿਆ। ਫਲ ਪ੍ਰਾਪਤ ਕੀ ਕਰਨਾ ਸੀ? ਪਰਮਾਤਮਾ ਦੀ ਪ੍ਰਾਪਤੀ। 84 ਲੱਖ ਜੂਨ ਚੋਂ ਨਿਜਾਤ ਮਿਲ ਜਾਂਦੀ, ਪਰ ਮਹਾਰਾਜ ਕਹਿੰਦੇ ਇਹ ਗੁਣ ਗਾ ਨਾ ਸਕੇ। ਦੁਨੀਆ ਅੰਦਰ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਅਕਾਲ ਪੁਰਖ ਦੇ ਗੀਤ ਨਾ ਗਾਏ, ਪ੍ਰਭੂ ਦੇ ਗੁਣ ਨਾ ਗਾਏ, ਪ੍ਰਭੂ ਦਾ ਨਾਮ ਨਾ ਜਪਿਆ, ਜੀਵਨ ਵਿਅਰਥ ਉਹਨਾਂ ਦਾ ਚਲਿਆ ਗਿਆ। ਵੇਖੋ ਪ੍ਰਭੂ ਵਿੱਚ ਬੇਅੰਤ ਗੁਣ ਨੇ। ਤੁਸੀਂ ਆਖੋਗੇ ਕਿਹੜੇ ਗੁਣ ਗਾਈਏ? ਉਹਦੇ ਵਿੱਚ ਬੇਅੰਤ ਖੂਬੀਆਂ ਨੇ, ਬੇਅੰਤ ਵਡਿਆਈਆਂ ਨੇ। ਮੈਂ ਚੁਣਿੰਦਾ ਕੁਝ ਬਾਤਾਂ ਦਾ ਜ਼ਿਕਰ ਕਰਾਂ। ਇੱਕ ਤੇ ਉਹ ਸਭ ਤੋਂ ਵੱਡਾ ਹੈ, ਉਹਦੇ ਲਈ ਕਬੀਰ ਲਫ਼ਜ਼ ਆਉਂਦਾ ਹੈ। ਇੱਥੇ ਭਗਤ ਕਬੀਰ ਜੀ ਦੀ ਗੱਲ ਨਹੀਂ ਹੈ, ਇੱਥੇ ਕਬੀਰ ਦਾ ਭਾਵ ਹੈ ਅਰਬੀ ਦਾ ਲਫ਼ਜ਼ ਜੋ ਬਜ਼ੁਰਗ ਹੈ, ਸਭ ਤੋਂ ਪਹਿਲਾਂ ਹੈ, ਜੋ ਸਭ ਤੋਂ ਵੱਡਾ ਹੈ, ਸਦੀਵੀ ਹੈ, ਜਿਹਨੂੰ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਰਦੀਗਾਰ। ਤੇਰੇ ਨਾਲੋਂ ਵੱਡਾ ਅਕਾਲ ਪੁਰਖ ਕੋਈ ਨਹੀਂ ਹੈ। ਔਰ ਤੇਰਾ ਜਿਹੜਾ ਸੁਭਾਅ ਹੈ, ਇੱਥੇ ਹੱਕਾ ਲਫ਼ਜ਼ ਹੱਕ ਲਈ ਹੈ, ਰੱਬ ਲਈ, ਪਰਮਾਤਮਾ ਲਈ। ਕਬੀਰ ਦਾ ਮਤਲਬ ਜੋ ਬੜਾ ਵੱਡਾ ਹੈ, ਕਰੀਮ ਦਾ ਮਤਲਬ ਜੋ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ, ਬੇਅੈਬ, ਜਿਹਦੇ ਵਿੱਚ ਦੋਸ਼ ਨਹੀਂ ਕੋਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਦਾਗ ਨਹੀਂ ਹੈ ਜਿਸ ਤੇ। ਪਰਵਰਦੀਗਾਰ, ਦੁਨੀਆ ਨੂੰ ਪਾਲਣ ਵਾਲਾ, ਪ੍ਰਵਸਤੀ ਕਰਨ ਵਾਲਾ। ਮਹਾਰਾਜ ਕਹਿੰਦੇ ਨੇ ਐ ਅਕਾਲ ਪੁਰਖ ਤੂੰ ਸਭ ਤੋਂ ਵੱਡਾ ਹੈ। ਜਦੋਂ ਤੁਸੀਂ ਕਬੀਰ ਜੀ ਦੀ ਬਾਣੀ ਪੜ੍ਹਦੇ ਹੋ ਨਾ, ਤੇ ਕਬੀਰ ਜੀ ਨੇ ਵੀ ਪਰਮੇਸ਼ਵਰ ਲਈ ਇੱਕ ਲਫ਼ਜ਼ ਵਰਤਿਆ ਹੈ, ਕਬੀਰਾ ਤੁਹੀ, ਕਬੀਰ ਤੂੰ, ਤੇਰੋ ਨਾਓ ਕਬੀਰ। ਕਹਿੰਦੇ ਠੀਕ ਹੈ, ਮੇਰਾ ਨਾਮ
कबीर पिया है, माता पिता ने रखिया है, पर असल कबीर अकाल पुरख तू है। सब तो वड्डा तू ही है, तू ही सी, तू ही है, तू ही रवेगा, तेरे नालों कोई वड्डा नहीं है। सो जफरनामे दे विच गुरु गोबिंद सिंह पातशाह ने भी ये लफ्ज वरतिया है। उहदा खास गुण है भी वो सब तो वड्डा है। गुजारिंदे कारे आलम कबीर, शना सिंधे इल्मे आलम अमीर। अकाल पुरख संसार दे कर्मां नूं चलाउण वाला सब तो महान है, उहदे नालों वड्डा कोई नहीं है। सब विद्यावां नूं समझण वाला है और संसार दा नायक है, मालक है। ये कलगीधर दे बोल ने। सो करतार दी सब तो वड्डी सिफत यह है, गुण यह है भी ओदे वर्गा कोई वड्डा नहीं है। गुण एहो होर नाही कोई, ना को होआ ना को होए। कहंदे होर कोई ओदे बराबर ना होया है ते ना हो सकता है। दूसरा ओदा महान गुण है, वो सिरजनहार है। दुनिया ते कोई भी महल है ना, कोई भी रचना है, एक कारीगर नहीं करता, उथे कई कारीगर हुंदे ने। नीयां कोई होर भरदा है, कंधां कोई होर उसारदा है, लैंटर कोई होर पाउंदा है, सरिये दा जाल कोई होर पांदा है, इंटीरियर डिजाइनर कोई होर है, पेंट किसी होर ने कीता है। जितनी भी रचना है आपां रल मिल के करते हैं, विचार विमर्श करके करते हैं। खुदाया इदां दा रचनहार है, किसी दी सलाह नहीं लैंदा। पुछ ना साजे पुछ ना ढाहे, ना पुछ के साजदा है, ना पुछ के खुरा खोज ही मिटाउंदा है। इकल्ला सब कुछ करन वाला, वो सिरजनहार है सब दा। ऐ अकाल पुरख तू सच्चा सिरजनहार है, तू सब नू रचन वाला है। दीन दुनिया दे मालक परमात्मा सच्चे सिरजनहार ने। एक होर ओदा महान गुण है, वो दयालु है, करुणा करन वाला है, दया करन वाला है। दीन दयाल सदा किरपाला, सर्ब जिया प्रतपाला। सारियां दी परवरिश करन वाला है, किरपालू बड़ा है, सारियां ते किरपा करन वाला है। कहंदे तुम दयाल किरपाल किरपा निध, पतत पावन गोसाई। तू किरपा करदा है, झोलियां भरदा है सबना दियां। जेड़ा तेरे अगे झोली अड्डदा है, कोट सूख आनंद राज पाए, मुख ते निमख बुलाई, करोड़ां ही सुख उन्हां नूं बख्श दिना है। अच्छा तू करीम है, अरबी दा लफ्ज है करीम, उधार बड़ा है, किरपा करदा है, बुजुर्ग बड़ा है। रहीम है, अरबी दा लफ्ज है रहीम, तरस करदा है सारियां ते। दीनानाथ दयाल देव, पतत उदाहरण हार, आद जोगादी रखदा सच नाम करतार। तू पतत पावन भी है, तू पापियां नू पवित्र करन वाला भी है। सो इन्हां गुणां नू वेख के दुनिया ने तेरे कर्म नाम पाए। किसी ने तैनू करीम कहा, रहीम कहा, किरपालू कहा, दयालू कहा, आश्चर्य रूप वेख्या तैनू वाहिगुरू कहा, सारियां च समाए होए जाणिया, रमे होए जाणिया तैनू राम कहा, धरती दा पालक है तैनू गोबिंद कहा। ये तेरे गुणा तो ही तेरे नाम पए ने। नाम जपना की है? तेरे गुणा नू जपना। गुण गाउणा की है? तेरा नाम जपना। सो कर्म नाम जिहड़े पए ने तेरे उपकार ने लुकाई दे उत्ते, उन्हां उपकारां नू जाण के ही तेरे नाम पै गए। कलगीधर सैकड़े नाम जाप साहिब विच उचारदे ने। नाल एक गल कहिंदे ने भी ये कुछ नाम ने, तेरे सारे दे सारे गुण कर्म नाम उचारे नहीं जा सकते। तब सर्ब नाम कथै कमन कर्म नाम वरणत सो मत। जिन्नी कि तुसा मत दिती है ए अकाल पुरख, उन्ने ही नाम असी उचारन लगे हाँ। सारे कर्म नाम सिफाती नाम तेरे उचारे नहीं जा सकते। सो गुरु तेग बहादुर साहब कहंदे ओदे सिफाती नाम गाओ, ओदे गुण गाओ। अगर नहीं गाओगे तो तुहाडा जन्म
ਅਕਾਰਥ ਚਲਿਆ ਜਾਵੇਗਾ, ਵਿਅਰਥ ਚਲਿਆ ਜਾਵੇਗਾ। ਤੇ ਜਿਹੜਾ ਫਿਰ ਉਹਦੇ ਗੀਤ ਗਾਉਂਦਾ ਹੈ ਨਾ, ਗੁਣ ਵਿਚਾਰੀ ਗੁਣ ਸੰਗ੍ਰਹਾ ਅਵਗੁਣ ਕੱਢਾ ਧੋਏ, ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ। ਉਹਦੇ ਗੁਣ ਗਾਇਆ ਵਿਕਾਰਾਂ ਦੀ ਮੈਲ ਲੈਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੈਂਦੀ ਹੈ ਮਨ ਤੋਂ। ਜਦੋਂ ਮਨ ਸ਼ੁੱਧ ਹੁੰਦਾ ਹੈ ਨਾ, ਫਿਰ ਸ਼ੁੱਧ ਸਰੂਪ ਪਰਮਾਤਮਾ ਚ ਅਸੀਂ ਮਿਲਦੇ ਹਾਂ। ਪਾਣੀ ਚ ਪਾਣੀ ਮਿਲਦਾ ਹੈ, ਕਦੇ ਪਾਣੀ ਚ ਤੇਲ ਨਹੀਂ ਮਿਲਦਾ। ਉਹ ਨਿਰਮਲ ਹੈ, ਨਿਰਮਾਇਲ ਹੋਵਾਂਗੇ ਤੇ ਉਹਦੇ ਵਿੱਚ ਮਿਲਾਂਗੇ। ਜਿੰਨਾ ਚਿਰ ਮੈਲ ਹੈ ਸਾਡੇ ਅੰਦਰ ਵਿਕਾਰਾਂ ਦੀ, ਅਸੀਂ ਉਹਨੂੰ ਮਿਲ ਨਹੀਂ ਪਾਉਂਦੇ। ਸੋ ਗੁਣ ਗਾਉਣ ਵਾਲਾ ਉਹਦੇ ਵਿੱਚ ਅਭੇਦ ਹੁੰਦਾ ਹੈ, ਉਹਦਾ ਜੀਵਨ ਸਫਲਾ ਹੁੰਦਾ ਹੈ। ਜਿਵੇਂ ਬਾਣੀ ਦਾ ਫਰਮਾਨ ਹੈ, ਹਰ ਗੁਣ ਗਾਵਹਿ ਹਰ ਨਿਤ ਪੜ੍ਹੈ, ਹਰ ਗੁਣ ਗਾਏ ਸਮਾਏ। ਜਿਹੜਾ ਉਹਦੇ ਗੀਤ ਗਾਵੇਗਾ ਉਹਦੇ ਵਿੱਚ ਸਮਾ ਜਾਵੇਗਾ, ਜਿਹੜਾ ਉਹਦੀ ਯਾਦ ਵਿੱਚ ਲਿਵ ਲਾਵੇਗਾ ਉਹ ਮੁਕਤ ਹੋ ਜਾਵੇਗਾ। ਹੁਣ ਗੁਣ ਗਾਉਣੇ ਕਿਵੇਂ ਨੇ? ਮਹਾਰਾਜ ਕਹਿੰਦੇ ਨਹੀਂ ਗਾਏ ਤੇ ਜਨਮ ਵਿਅਰਥ ਚਲਿਆ ਗਿਆ, ਅਜਾਈਂ ਚਲਿਆ ਗਿਆ। 84 ਲੱਖ ਦਾ ਗੇੜ ਪੈ ਗਿਆ, ਮੁਕਤੀ ਨਾ ਮਿਲੀ, ਨਿਜਾਤ ਨਾ ਮਿਲੀ, ਐਮੈਂਸੀਪੇਸ਼ਨ ਨਾ ਮਿਲੀ, ਲਿਬਰੇਸ਼ਨ ਨਾ ਮਿਲੀ। ਹੁਣ ਢੰਗ ਦੱਸਦੇ ਨੇ ਕਿਵੇਂ ਗਾਉਣੇ ਨੇ ਗੁਣ, ਕੈਸੀ ਰੁਚੀ ਚਾਹੀਦੀ ਹੈ ਉਹਦੇ ਨਾਮ ਵਿੱਚ। ਕਹਿੰਦੇ ਕਹੋ ਨਾਨਕ ਹਰ ਭਜ ਮਨਾ, ਜਿਹੇ ਬਿਦ ਜਲ ਕਉ ਮੀਨਾ। ਜੇ ਹੁਣ ਤੱਕ ਗੀਤ ਨਹੀਂ ਗਾਏ ਜਨਮ ਵਿਅਰਥ ਹੈ। ਜੀਵਨ ਸਫਲਾ ਕਰਨਾ ਹੈ, ਅੱਜ ਹੀ ਮੋੜਾ ਪੈ ਜਾਵੇਗਾ ਅਗਰ ਮਹਾਰਾਜ ਕਹਿੰਦੇ ਇਹ ਧਿਆਨ ਵਿੱਚ ਰੱਖੇਂ ਤੇ। ਹੁਣ ਕਿਸ ਤਰੀਕੇ ਨਾਲ ਗੀਤ ਗਾਉਣੇ ਨੇ? ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇੱਥੇ ਲਫ਼ਜ਼ ਵਰਤਿਆ ਬਿਦ। ਬਿਦ ਦਾ ਮਤਲਬ ਹੈ ਢੰਗ, ਤਰੀਕਾ, ਜੁਗਤੀ, ਤਰਤੀਬ। ਕਹਿੰਦੇ ਜਿਸ ਤਰ੍ਹਾਂ ਮਛਲੀ ਜਲ ਨਾਲ ਪ੍ਰੀਤੀ ਕਰਦੀ ਹੈ ਨਾ, ਐਸੀ ਪ੍ਰੀਤੀ ਪ੍ਰਮਾਤਮਾ ਦੇ ਨਾਲ ਕਰ। ਕਿਉਂਕਿ ਜੀਵਨ ਦਾ ਆਧਾਰ ਪਾਣੀ ਹੈ ਮਛਲੀ ਦੇ। ਪ੍ਰੇਮ ਕਰਦੀ ਹੈ ਇਸੇ ਕਰਕੇ ਪਾਣੀ ਨਾਲ, ਜਾਣਦੀ ਹੈ ਪਾਣੀ ਤੋਂ ਜੁਦਾ ਹੋਈ ਤੇ ਮਰ ਜਾਵਾਂਗੀ। ਤੇਰੇ ਜੀਵਨ ਦਾ ਆਧਾਰ ਇਹ ਜਿਹੜੇ ਸਵਾਸ ਨੇ, ਇਹ ਪ੍ਰਮਾਤਮਾ ਦੇ ਹੀ ਬਖਸ਼ੇ ਹੋਏ ਨੇ। ਤੇ ਇੱਕ ਗੱਲ ਸਮਝ ਲੈ, ਜੇ ਉਹਨੇ ਸਵਾਸਾਂ ਤੋਂ ਤੈਨੂੰ ਜੁਦਾ ਕਰ ਦਿੱਤਾ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਇਹ ਮਿੱਟੀ ਹੈ ਸਰੀਰ, ਰੰਚਕ ਮਾਤਰ ਨਹੀਂ ਕਦਮ ਚੁੱਕ ਸਕੇਗਾ, ਮਿੱਟੀ ਹੋ ਜਾਵੇਗਾ। ਮੱਛੀ ਨੇ ਜਾਣਿਆ ਜੀਵਨ ਦਾ ਆਧਾਰ ਪਾਣੀ ਸੀ, ਪਾਣੀ ਨਾਲ ਪ੍ਰੇਮ ਕਰਦੀ ਹੈ। ਤੇਰੇ ਜੀਵਨ ਦਾ ਆਧਾਰ ਪ੍ਰਮਾਤਮਾ ਹੈ, ਜਾਣਦਾ ਹੈ ਪਰ ਤੂੰ ਪ੍ਰੇਮ ਨਹੀਂ ਕਰਦਾ। ਜੇ ਉਹਦੇ ਨਾਲ ਪ੍ਰੇਮ ਕਰੇ ਤੇ ਜੀਵਨ ਸਫਲਾ ਹੈ। ਮੱਛੀ ਦਾ ਜਨਮ ਤੇ ਮਰਨ ਪਾਣੀ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮੀਨ ਨਿਵਾਸ ਉਪਜੈ ਜਲ ਹੀ ਤੇ, ਸੁਖ ਦੁਖ ਪੁਰਬ ਕਮਾਈ, ਖਿਨ ਤਿਲ ਰਹਿ ਨਾ ਸਕੈ ਪਲ ਜਲ ਬਿਨ, ਮਰਨ ਜੀਵਨ ਤਿਸਤਾਈ। ਕਹਿੰਦੇ ਪਾਣੀ ਵਿੱਚ ਮੱਛੀ ਪੈਦਾ ਹੋਈ, ਪਾਣੀ ਵਿੱਚ ਉਸਨੇ ਜੀਵਨ ਗੁਜ਼ਾਰਿਆ, ਔਰ ਪਾਣੀ ਤੋਂ ਰੰਚਕ ਮਾਤਰ ਮੱਛੀ ਨੂੰ ਪਾਸੇ ਕਰ ਦਿਓ ਤੇ ਉਹ ਮਰਦੀ ਹੈ, ਉਹ ਮਿਟ ਜਾਵੇਗੀ। ਦੁੱਖ ਸੁੱਖ ਉਹਦੇ ਪਾਣੀ ਦੇ ਵਿੱਚ ਹੀ ਨੇ, ਉਹਦਾ ਜੀਵਨ ਪਾਣੀ ਵਿੱਚ ਲੰਘਦਾ ਹੈ। ਔਰ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਪਾਣੀ ਤੋਂ ਬਿਨਾ ਉਹ ਰਹਿ ਨਹੀਂ ਸਕਦੀ। ਕਹਿੰਦੇ ਐਸੀ ਪ੍ਰੀਤੀ ਕਰ ਪ੍ਰਮਾਤਮਾ ਨਾਲ, ਤੂੰ ਇੱਕ ਪਲ ਵੀ ਉਹਦੇ ਤੋਂ ਬਿਨਾ ਰਹਿ ਨਹੀਂ ਸਕਦਾ ਜੇ ਉਹ ਸਵਾਸ ਤੇ ਇਥੋਂ ਜੁਦਾ ਕਰ ਦਵੇ ਤੇ। ਸੋ ਉਹਦੇ ਨਾਲ ਪ੍ਰੇਮ ਕਰਿਆ ਕਰ। ਕਹਿੰਦੇ ਜਿਉਂ ਜਲ ਮੀਨ ਜਲੰ ਜਲ ਪ੍ਰੀਤ ਹੈ, ਖਿਨ ਜਲ ਬਿਨ ਫੂਟ ਮਰੀਜੈ। ਇੰਨਾ ਮੱਛੀ ਦਾ ਪਿਆਰ ਹੈ ਪਾਣੀ ਦੇ ਨਾਲ, ਰੰਚਕ ਮਾਤਰ ਸਮਾਂ ਉਸ ਨੂੰ ਪਾਸੇ ਕਰੋ ਤੇ ਉਹ ਮਰਦੀ ਹੈ। ਕਹਿੰਦੇ ਐਸੀ ਪ੍ਰੀਤੀ ਹੈ ਜਲ ਦੇ ਨਾਲ, ਉਹ ਜਲ ਨੂੰ ਵਿਸਾਰ ਨਹੀਂ ਸਕਦੀ, ਜਲ ਨੂੰ ਭੁਲਾ ਨਹੀਂ ਸਕਦੀ। ਅੱਛਾ ਇੰਨਾ ਪ੍ਰੇਮ ਹੈ, ਮਰਨ ਤੋਂ ਬਾਅਦ ਵੀ ਜਲ ਦਾ ਤੇ ਹੈ ਉਹਦੇ ਅੰਦਰ। ਇੱਕ ਬਾਣੀ ਦਾ ਫਰਮਾਨ ਹੈ, ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਹੁ ਨਾ ਬਿਸਰਿਓ। ਪਾਣੀ ਦੇ ਅਰਥ ਸਮਝਿਓ। ਮੀਨ ਪਕਰ ਮੱਛੀ ਲਈ ਫੜ, ਫਾਂਕਿਓ ਅਰ ਕਾਟਿਓ।
फांकां कीतियां, जुदा जुदा कीता, टुकड़े कीते। 4 ਲੱਕੜਾਂ ਲੈ ਕੇ ਅੱਗ ਬਾਲੀ, कढ़ाई दे विच मसाले पाए ते मच्छी सुट लई विच। रांद कीओ बहुबानी, रिन्निया उस मच्छी नूं, रिन के खंड खंड करके, टोटे टोटे करके, बुरकी बुरकी करके उहदा भोजन कीता। गुरु ग्रंथ साहिब पातशाह कहंदे देखो पानी विच पैदा हुई सी मच्छी, पानी उहदा जीवन सी, ਉਹ पानी विच ही मोई है, जाल पै गया, जाल विच फस गई, ਉਹਦੀ मौत हुई। रिन के मास दे शौकीन इंसान ने ਉਹਨੂੰ ਛਕਿਆ। ਕਹਿੰਦੇ ऐसा प्यार सी मच्छी ਦਾ पानी ਦੇ ਨਾਲ, जिस भी मासाहारी ने मच्छी ਨੂੰ ਛਕਿਆ है ਉਹਨੂੰ हर पल ही प्यास लगेगी। मच्छी खा के वह प्यासा रहिंदा है, वार वार गिलास लैके जल छकदा है। कहंदे देखो मोई है, टुकड़े टुकड़े होके किसी दे पेट विच चली गई, उहनूं भी प्यासा कर दिता है। इन्ना प्यार है पानी दे नाल मच्छी नूं। एक उदाहरण है, तेरा जीवन ये उन्ना समा है जिन्ना समा श्वासां दा पानी है तेरे पास। अकाल पुरख दी जोत है, पानी तो जुदा हो गया, मच्छ दा खुरा खोज मिट गया। तू श्वासां तो जुदा होया, तू मिट्टी हो गया। जैसा मच्छी दा पानी नाल प्रेम है, रब दी बाणी नाल प्रेम कर, रब दे नाल प्रेम कर, फिर जीवन सफला है। महाराज पातशाह कहंदे जिवें मछली पानी तो बिना मरदी है, तेरा आत्मक जीवन नाम तो बिना मरदा है। प्रत्यक्ष स्थूल शरीर रब दे श्वासा तो बिना मरेगा। आखा जीवा विसरै मर जाओ, ऐसी तेरी अवस्था बननी चाहिए है। पर एक गल का ख्याल रखियो, नाम उही जप पाया जिन्हों रस आया है। मच्छी नूं पानी चो रस आउंदा है, इसलिए सारा जीवन पानी विच गुजारदी है। जिन्हों रस आ जावे वह अडोल समाधि विच बैठदा है, ओदी ही समाधि लगदी है, उही नाम जप पाउंदा है। जिवें मीन नूं जल चों रस है, महापुरुषां नूं परमात्मा दे नाम चों रस मिलदा है। रस आए दी निशानी की है? कहंदे जदों नाम जपण लई बैठो, गुड़का साहिब फड़ लो, बाणी पढ़ो, जे ते हटन नूं चित ना करे ते समझ लो रस आ रहा है। ते जे गुड़का साहिब फड़दे ही वासियां आई जांदियां ने, पासे पलटी जाना है, चित करदा है भी कदों बाणी दी समाप्ति होवे, गुड़का साहिब रखां। मन नहीं टिकिया, रस नहीं आ रहा। जदों चित नहीं करता बाणी पढ़न नूं ते रस नहीं आ रहा, ते जे बाणी पढ़नों हटन नूं चित नहीं करता ते मतलब रस आउंदा है। संसार चों सानू रस आउंदा है, बच्चियां चों रस आउंदा है, घरवाली चों बड़ा रस आउंदा है, पैसे चों रस आउंदा है, तख्तो ताज छड्डण नूं चित नहीं करता, रस आउंदा है। गुड़का साहिब फड़ के बाणी पढ़न नूं चित नहीं करता, मतलब रस नहीं आउंदा, आनंद नहीं आउंदा। समा उत्थे ही दिता जा सकता है जिथे रस आवे। सो महाराज पातशाह ये गल कहंदे ने, मच्छी नूं रस आउंदा है पानी चों, इस करके ते करदी है। जिस दिन नाम दा रस तैनूं आ गया, उस दिन तेरा भी चौंकड़ा नहीं खुलेगा। जिस गुरु तेग बहादुर साहिब दा आपां 400 साला प्रकाश उत्सव 1 मई नूं मनाउणा है ना, इस साल 2021 विच, उन्हां नूं अकाल पुरख निर्गुण स्वरूप दे नाम चों इन्ना रस आउंदा सी भी बाबा बकाला साहिब दी धरती ते चौंकड़ा ला के भोरे विच बह गए ते 26 साल चौंकड़ा लाया है बापू ने। यह रस आए दी निशानी। गुरु ग्रंथ साहिब नूं पुछिए भी इन्ना चौंकड़ा लाया जा सकदा है? वो तुहाडे मेरे वर्गे उन्हां दे दिमाग दी एक सीमा है, और वो अपने तल ते ही गुरु नूं समझ लैंदे ने भी जे साडे कोलों अद्धा घंटा चौंकड़ा नहीं लगदा ते गुरु तेग बहादुर 26 वरे कित्थों चौंकड़ा ला लवेगा। सब तो पहली गल ते चेते रखिया कर, जदों भी गुरु बाबत विचार करनी होवे समझ लई भी तेरी औकात एक कीड़े नालों वध के नहीं है गुरु परमेश्वर दे अगे। वो समर्थ है, वो खुदाया है, तू एक आम इंसान है। तेरे मेरे हथ कुछ नहीं है, नर चाहत कश और औरे की औरे भाई, कुछ भी नहीं है साडे हथ। ते गुरु बारे बाणी कहंदी है, कहो नानक मेरा गुर समराथा।
गुरु समर्थ है, गुरु करता है, गुरु हरता है। गुरु परमेश्वर का स्वरूप है, ते रब की रीस बंदा नहीं कर सकता। गुरु ग्रंथ साहिब कहते ने जोग जुगत ज्ञान भुगत सुरत शब्द तत् बेते जप तप अखंडली। जिन्हां तत्व की प्राप्ति कर ली, जेड़े अकाल पुरख विच अभेद हो गए, उन्हां ने ऐसी चौंकड़ी लाई, ऐसी सुरत जोड़ी, फिर उन्हां दा चौंकड़ा, उन्हां दा जप तप कदे खंडित नहीं होया। अखंड चौंकड़ा हो निबड़िया, चौंकड़ा खोलिया ही ना उन्होंने। गल रस आए दी है, माया चो रस आउंदा है। ट्रक भर के कोई नोटां दा वेड़े डक दवे, सारा टब्बर भावें 5 दिन लग जाण, बिना रोटी पानी खाधे पीते गिणी जाणगे। गल रस आए दी है। ते जिन्हों फिर नाम चों रस आउंदा है, ओदी सुरत, ओदी समाधि भी अखंड हुंदी है। वह भी बैठा रहिंदा है चौंकड़ा ला के। ये तो फिर बाबा मक्खण शाह ने आके महाराज दे चरनी नमस्कार करके बेनती कीती सी, पातशाह दुनिया नूं तारो, हुण चौंकड़ा खोलो। ते फिर गुरु तेग बहादुर साहब लोकाई दे भले लई चल पए। भूले मार्ग जिन्हें बताया, ऐसा गुरवड़ भागी पाया। दुनिया नूं नजात दिवाउण, रोगां सोगां दा खात्मा करन महाराज चल पए सन। खैर कहंदे इउं भजन कर, इस विद दे नाल भजन कर, जैसी रुचि पानी दे प्रति मच्छी दी है, तेरे अंदर परमात्मा दे प्रति ऐसा प्रेम होवे। कदे भी मच्छी पानी नूं नहीं चितारदी, तू बाणी नूं ना भुल्ली, सदा चेते रखी, कदे भी बाणी नूं ना विसारी। सो महाराज पातशाह ने इत्थे ये उदाहरण बख्शी है। कहंदे मन रते जिहवा रती, हर गुण सच्चे गाओ। मन भी भिज जावे उहदी याद विच, ते जुबान उहदे गीत गावे रस लैके। ते जदों इस तरह करेगा, नानक नाम ना विसरै सच्चे माहे समाओ, ते अकाल पुरख विच फिर अभेद हो जावेगा तू, जदों इस तरह दे नाल उसनूं गावेगा। सो ऐसी महाराज ने विध दसी है, तरीका दसिया है भी जिवें मच्छी पानी नाल प्रेम करदी है, अकाल पुरख नाल इस तरह प्रेम करया कर। मच्छी दे जीवन दा आसरा पानी है, ते तेरे जीवन दा आसरा अकाल पुरख है। उहदा एहसान समझ के उहदे गीत गाया कर, तैनूं निजात मिलेगी, तेरा जीवन सफला हो जाएगा। यू विल बी इमर्स इन द लॉर्ड, खुदाया विच भेद हो जावेगा, तू इकमिक हो जावेगा खुदा दे नाल, तेरा जीवन सफला होवेगा। सो इत्थे ते पाक गुरु तेग बहादुर साहब सच्चे पातशाह जी दे पहले श्लोक दी समाप्ति है। अगे आपां गुरु पातशाह दा जो पहला शब्द है, गौड़ी राग दे विच 219 अंग जो श्री गुरु ग्रंथ साहिब दा है उत्थे दर्ज है। फुरमान करदे ने, एक ओंकार सतगुर प्रसाद, राग गौड़ी महला नौवा, साधो मन का मान त्यागो। इत्थे भी पहला मंगल कीता है अपने इष्ट देव दा, अकाल पुरख नूं याद कीता है। वो एक है अकाल पुरख, सबना दा प्रकाशक है, वो सच्चा है, वो ज्ञान बख्शदा है, अज्ञान नूं खा जांदा है। सतगुर प्रसाद दा मतलब किरपा करदा है सारियां ते। दूसरा भाव सतगुर प्रसाद, वो गुरां दी किरपा दे नाल ही प्राप्त हुंदा है। गुर दृष्टाया सबनी ठाई, वो हर जरे विच मौजूद है, गुरु ही उहदे दीदारे करवा सकदा है। गौड़ी राग है, महला नौवां। अकाल पुरख दी अगमी जोत जिस जगह दे उत्ते समुची अजमत लैके समाई, वो महल गुरु तेग बहादुर साहब दा पाक शरीर है, वो महान मुजस्मा है। महाराज फुरमान करदे ने, साधो मन का मान त्यागो। वेखो साध लफ्ज आया है संत दे लई, साधु जो मनुख अपने मन नूं साध लैंदा है।
ਮਨ ਨੂੰ ਇੰਦਰੀਆਂ ਨੂੰ ਕਾਬੂ ਵਿੱਚ ਕਰ ਲੈਂਦਾ ਹੈ। ਹੁਣ ਇੱਥੇ ਕੁਲੀਨ ਨੂੰ, ਸ੍ਰੇਸ਼ਟ ਨੂੰ, ਮਹਾਤਮਾ ਨੂੰ ਸਾਧਨਾ ਕਰਕੇ ਜੋ ਸਿੱਧ ਹੋ ਚੁੱਕਿਆ ਹੈ ਉਸ ਨੂੰ ਸਾਧ ਲਫ਼ਜ਼ ਨਾਲ ਸੰਬੋਧਿਤ ਕੀਤਾ ਗਿਆ ਹੈ। ਉਹ ਸੰਤ ਹੈ। ਜਿਵੇਂ ਬਾਣੀ ਚਾਹੁੰਦਾ ਨਾ, ਸਿਮਰ ਹੈ ਸਾਧ ਕਰ ਹੈ ਆਨੰਦ ਮਨ ਤਨ ਰਵਿਆ ਪਰਮਾਨੰਦ। ਸਾਧ ਉਹ ਹੈ ਜਿਹੜਾ ਦਿਨ ਰਾਤ ਸਿਮਰਦਾ ਹੈ ਅਕਾਲ ਪੁਰਖ ਨੂੰ ਤੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੈ। ਸਦਾ ਉਹ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ। ਮਾਧੋ ਸਾਧੂ ਜਨ ਦੇਹੋ ਮਿਲਾਏ ਦੇਖਤ ਦਰਸ ਪਾਪ ਸਭ ਨਾਸਹਿ ਪਵਿੱਤਰ ਪਰਮ ਪਦ ਪਾਏ। ਐ ਅਕਾਲ ਪੁਰਖ ਕੋਈ ਐਸੇ ਮਹਾਂਪੁਰਸ਼ ਮਿਲਾ ਦੇ ਜਿਹੜੇ ਦਿਨ ਰਾਤ ਤੇਰੇ ਗੀਤ ਗਾਉਂਦੇ ਨੇ, ਕਿਉਂਕਿ ਅਸੀਂ ਜਾਣਦੇ ਹਾਂ ਉਹਨਾਂ ਦੇ ਦਰਸ਼ਨ ਕੀਤਿਆਂ ਪਾਪ ਮਿਟ ਜਾਂਦੇ ਨੇ ਤੇ ਜਿਸ ਦੇ ਪਾਪ ਮਿਟ ਕੇ ਜੋ ਨਿਰਮਲ ਹੋ ਗਿਆ ਉਹ ਤੇਰੇ ਵਿੱਚ ਅਭੇਦ ਹੋ ਕੇ ਤੇਰਾ ਰੂਪ ਹੋ ਜਾਂਦਾ ਹੈ। ਉਸ ਨੂੰ ਪਰਮ ਪਦਵੀ ਮਿਲਦੀ ਹੈ, ਮੁਕਤ ਹੋ ਜਾਂਦਾ ਹੈ। ਉਹਦਾ ਨਾਮ ਦੁਨੀਆ ਤੇ ਸਦੀਵੀ ਰਹਿ ਜਾਂਦਾ ਹੈ। ਹੁਣ ਸਾਧ ਦਾ ਮਤਲਬ ਸਦਰ ਵੀ ਹੈ, ਇੱਛਾ ਵੀ ਹੈ, ਤਾਂਗ ਵੀ ਹੈ। ਕਬੀਰ ਜੋ ਤੋਹੇ ਸਾਧ ਪਿਰਮ ਕੀ ਸੀਸ ਕਾਟ ਕਰ ਹੋਏ। ਕਹਿੰਦੇ ਦੇਖ, ਤੈਨੂੰ ਜੇ ਸਾਧ ਤੋਂ ਭਾਵ ਤਾਂਗ ਹੈ ਨਾ, ਇੱਛਾ ਹੈ ਨਾ ਪਰਮਾਤਮਾ ਦੇ ਦਿਦਾਰਿਆਂ ਦੀ, ਤੇ ਕਹਿੰਦੇ ਫਿਰ ਹੰਕਾਰ ਰੂਪੀ ਸਿਰ ਕੱਟ ਕੇ ਉਹਦੇ ਚਰਨਾਂ 'ਚ ਰੱਖ ਦੇ। ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਸਾਧ ਦੇ ਹੋਰ ਵੀ ਕਈ ਅਰਥ ਆਉਂਦੇ ਨੇ। ਸਾਧ ਦਾ ਮਤਲਬ ਹੈ ਇੰਦਰੀਆਂ ਨੂੰ ਸਾਧ ਕੇ ਆਪਣਾ ਜੀਵਨ ਸਫਲਾ ਕਰ ਲੈਣਾ। ਜਿਵੇਂ ਬਾਣੀ 'ਚ ਇੱਕ ਬਚਨ ਆਉਂਦਾ ਹੈ ਜੀਵਨ ਨੂੰ ਮੁਕੰਮਲ ਕਰਨ ਬਾਬਤ, ਮਹਾਰਾਜ ਕਹਿੰਦੇ ਨੇ ਸਾਧ ਸੰਗ ਮਿਲ ਦੋਏ ਕੁਲ ਸਾਧ। ਸੰਗਤ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰ, ਲੋਕ ਤੇ ਪਰਲੋਕ ਦੋਵੇਂ ਪੱਖ ਆਪਣੇ ਸਵਾਰ ਲੈ। ਸੋ ਇਹਦੇ ਕਈ ਅਰਥ ਆਉਂਦੇ ਰਹੇ। ਮਹਾਰਾਜ ਪਾਤਸ਼ਾਹ ਨੇ ਸਾਧ ਅਰਥ ਉੱਤਮ ਲਈ ਵੀ ਵਰਤਿਆ ਹੈ, ਜੋ ਸਭ ਤੋਂ ਸ੍ਰੇਸ਼ਟ ਹੈ, ਮਨੁੱਖਤਾ ਵਿੱਚ ਜੋ ਸਭ ਤੋਂ ਮਹਾਨ ਹੈ। ਜਾਸ ਜਪਤ ਹਰ ਹੋਵੇ ਸਾਧ। ਕਹਿੰਦੇ ਮਨੁੱਖਤਾ 'ਚ ਮਹਾਨ ਬਣਨਾ ਹੈ, ਕਹਿੰਦੇ ਅਕਾਲ ਪੁਰਖ ਨੂੰ ਜਪਿਆ ਕਰ, ਤੂੰ ਸਾਧ ਹੋ ਜਾਵੇਂਗਾ, ਸੰਤ ਹੋ ਜਾਵੇਂਗਾ। ਅੱਗੇ ਲਫ਼ਜ਼ ਵਰਤਿਆ ਹੈ ਮਨ। ਇੱਕ ਜਿਹੜਾ ਅੰਤਰ ਦੀ ਇੰਦਰੀ ਦਾ ਨਾਮ ਹੈ ਨਾ, ਅੰਤਹਿਕਰਨ, ਉਹਦਾ ਇੱਕ ਹਿੱਸਾ ਹੈ ਮਨ। ਮਨ, ਬੁੱਧ, ਚਿੱਤ, ਹੰਕਾਰ, ਚਾਰ ਉਹਦੇ ਹਿੱਸੇ ਨੇ। ਮਨ ਦਾ ਮਤਲਬ ਹੈ ਜਿੱਥੋਂ ਸੰਕਲਪ ਤੇ ਵਿਕਲਪ ਫੁਰਦੇ ਨੇ, ਇੱਛਾਵਾਂ ਪ੍ਰਗਟ ਹੁੰਦੀਆਂ ਨੇ ਜਿੱਥੋਂ। ਇਸੇ ਤਰ੍ਹਾਂ ਹੀ ਬੁੱਧ ਦਾ ਮਤਲਬ ਹੁੰਦਾ ਹੈ ਜਿਸ ਤੋਂ ਵਿਚਾਰ ਵਿਮਰਸ਼ ਹੋਵੇ, ਨਿਸ਼ਚਾ ਹੋਵੇ ਵੀ ਇਹ ਠੀਕ ਹੈ ਕਿ ਗਲਤ ਹੈ। ਚਿੱਤ ਦਾ ਭਾਵ ਹੈ ਚੇਤਾ ਸ਼ਕਤੀ, ਜਿੱਥੋਂ ਚੇਤਾ ਰਹਿੰਦਾ ਹੈ। ਅਹੰਕਾਰ, ਜਿਸ ਤੋਂ ਪਦਾਰਥਾਂ ਦੇ ਨਾਲ ਸੰਬੰਧ ਕਾਇਮ ਹੁੰਦਾ ਹੈ। ਸੋ ਮਨ ਜਿੱਥੋਂ ਫੁਰਨੇ ਪੈਦਾ ਹੁੰਦੇ ਨੇ। ਅੱਗੇ ਲਫ਼ਜ਼ ਹੈ ਮਾਨ। ਮਾਨ ਦਾ ਮਤਲਬ ਸਨਮਾਨ ਵੀ ਹੈ, ਸਤਿਕਾਰ ਵੀ ਹੈ, ਵਡਿਆਈ ਵੀ ਹੈ। ਜਿਵੇਂ ਬਾਣੀ ਚਾਹੁੰਦਾ ਨਾ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਹੜੇ ਅਕਾਲ ਪੁਰਖ ਗੁਰੂ ਦੀ ਸੇਵਾ ਕਰਦੇ ਉਹਨਾਂ ਦੀ ਵਡਿਆਈ ਹੁੰਦੀ ਹੈ। ਮਾਨ ਦਾ ਦੂਸਰਾ ਪੱਖ ਹੈ ਫਕਰ ਕਰਨਾ। ਹੁਣ ਫਕਰ ਦਾ ਮਤਲਬ ਹੈ ਅਸੀਂ ਇੱਕ ਮਾਣ ਕਰਦੇ ਹਾਂ ਵੀ ਇਹ ਅਕਾਲ ਪੁਰਖ ਤੇਰੇ ਤੇ ਸਾਨੂੰ ਮਾਣ ਹੈ, ਤੇਰਾ ਸਾਨੂੰ ਆਸਰਾ ਹੈ, ਤੇਰੀ ਓਟ ਹੈ, ਤੇਰੇ ਹੁੰਦਿਆਂ ਸਾਨੂੰ ਕੋਈ ਫਿਕਰ ਨਹੀਂ ਹੈ। ਤੂੰ ਮੇਰਾ ਬਹੁ ਮਾਣ ਕਰਤੇ, ਤੂੰ ਮੇਰਾ ਬਹੁ ਮਾਣ। ਮਾਣ ਦਾ ਭਾਵ ਫਕਰ ਵੀ ਹੈ। ਕਹਿੰਦੇ ਨੇ ਜੋਰ ਤੁਮਾਰਾ ਸੁਖ ਵਸਾ ਸੱਚ ਸ਼ਬਦ ਨਿਸ਼ਾਨ। ਤੇਰਾ ਜ਼ੋਰ ਚੱਲਦਾ ਹੈ ਤੇ ਤੇਰੇ ਜ਼ੋਰ ਦੇ ਆਸਰੇ ਮੈਂ ਸੁਖੀ ਵਸਦਾ ਹਾਂ। ਮੈਨੂੰ ਕਿਸੇ ਦਾ ਭੈ ਨਹੀਂ ਹੈ, ਮੈਨੂੰ ਦੁੱਖ ਪੋ ਨਹੀਂ ਸਕਦੇ। ਮਾਣ ਦਾ ਅਗਲਾ ਭਾਵ ਹੈ ਗਰਭ, ਹੰਕਾਰ। ਸੋ ਇੱਥੇ ਕਹਿੰਦੇ ਦੇਖ ਜੀਵਨ ਸਫਲਾ ਕਰਨਾ ਹੈ ਨਾ, ਸਾਧੋ ਮਨ ਕਾ ਮਾਨ ਤਿਆਗੋ। ਇੱਥੇ ਸਾਧੋ ਲਫ਼ਜ਼ ਵਰਤਿਆ ਹੈ ਜਿਹੜੇ ਸਾਧਨਾ ਕਰ ਰਹੇ ਨੇ, ਜਿਹੜੇ ਹਜੇ ਮਨ ਇੰਦਰੀਆਂ ਨੂੰ ਸ਼ਾਂਤ ਕਰਨ ਲਈ ਯਤਨਸ਼ੀਲ ਨੇ, ਸਮਾਧੀ ਲਗਾ ਰਹੇ ਨੇ, ਅਕਾਲ ਪੁਰਖ ਦੇ ਗੀਤ ਗਾ ਰਹੇ ਨੇ। ਉਹਨਾਂ ਨੂੰ ਮਹਾਰਾਜ ਸਮਝਾਉਂਦੇ ਨੇ ਮਾਣ ਤਿਆਗ ਦੋ।
ਅਹੰਕਾਰ ਤਿਆਗ ਦਿਓ। ਕਈ ਵਾਰ ਕੀ ਹੁੰਦਾ ਹੈ, ਜਦੋਂ ਅਸੀਂ ਸਾਧਨਾ ਕਰਦੇ ਹਾਂ, ਸੇਵਾ ਸਿਮਰਨ, ਸਾਡੇ ਅੰਦਰ ਇੱਕ ਮਾਣ ਹੁੰਦਾ ਹੈ, ਮੈਨੂੰ ਤੇ 25 ਸਾਲ ਹੋ ਗਏ ਸੇਵਾ ਕਰਦਿਆਂ, ਮੈਨੂੰ ਤੇ 35 ਸਾਲ ਹੋ ਗਏ ਨਿਤਨੇਮ ਕਰਦਿਆਂ। ਚਾਹੇ ਤੂੰ ਸ਼ੁਭ ਕਰਮੀ ਕਰਦਾ ਹੈ, ਉਹਨਾਂ ਦਾ ਵੀ ਮਾਣ ਨਾ ਕਰ, ਕਿਉਂਕਿ ਜਿਸ ਮਨ ਦੇ ਅੰਦਰ ਮਾਣ ਹੈ, ਗਰਭ ਹੈ, ਹੰਕਾਰ ਹੈ, ਉੱਥੇ ਰੱਬ ਨਹੀਂ ਜੇ ਟਿਕਦਾ। ਪਰਮਾਤਮਾ ਨੂੰ ਮਨ ਦਾ ਭਾਂਡਾ ਖਾਲੀ ਚਾਹੀਦਾ ਹੈ। ਮਹਾਰਾਜ ਕਹਿੰਦੇ ਮਾਨ ਨਾ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਜੇ ਹਿਰਦੇ ਵਿੱਚ ਹੰਕਾਰ ਨਾ ਹੋਵੇਗਾ, ਹਿਰਦਾ ਖਾਲੀ ਹੋਵੇਗਾ ਵਿਕਾਰਾਂ ਵੱਲੋਂ, ਤੇ ਰੱਬ ਟਿਕ ਜਾਵੇਗਾ। ਜੇ ਹੰਕਾਰ ਹੋਇਆ ਤੇ ਰੱਬ ਨਹੀਂ ਮਿਲੇਗਾ। ਸੋ ਮਹਾਰਾਜ ਪਾਤਸ਼ਾਹ ਇੱਥੇ ਸਮਝਾਉਂਦੇ ਨੇ, ਮਾਣ ਨਹੀਂ ਕਰਨਾ। ਚਾਹੇ ਤੁਸੀਂ ਚੰਗੇ ਕਰਮੀ ਕਰਦੇ ਹੋ, ਦਾਨ ਪੁੰਨ ਕਰਦੇ ਹੋ, ਸੇਵਾ ਕਰਦੇ ਹੋ, ਭਜਨ ਸਿਮਰਨ ਕਰਦੇ ਹੋ, ਕਦੇ ਇਹ ਨਹੀਂ ਕਹਿਣਾ ਵੀ ਮੈਂ ਕਰਦਾ, ਇਹੀ ਕਹਿਣਾ ਅਕਾਲ ਪੁਰਖ ਕਰਵਾਉਣ ਵਾਲਾ ਹੈ। ਕਿਉਂਕਿ ਜਿੱਥੇ ਅਹੰਕਾਰ ਹੈ, ਉੱਥੇ ਰੱਬ ਨਹੀਂ ਜੇ ਟਿਕਦਾ, ਉੱਥੇ ਪਰਮੇਸ਼ਵਰ ਨਹੀਂ ਜੇ ਟਿਕਦਾ। ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਇੱਕ ਬਾਣੀ ਦਾ ਫਰਮਾਨ ਹੈ, ਵਾਦ ਅਹੰਕਾਰ ਨਾਹੀ ਪ੍ਰਭ ਮੇਲਾ। ਜਿੱਥੇ ਅਹੰਕਾਰ ਹੈ, ਉੱਥੇ ਪ੍ਰਮਾਤਮਾ ਦਾ ਮੇਲ ਨਹੀਂ ਹੋ ਸਕਦਾ। ਸੋ ਕਹਿੰਦੇ ਮਨ ਦਾ ਮਾਣ ਐ ਸਾਧੂਓ ਤਿਆਗ ਦਿਓ। ਜੋ ਤੁਸੀਂ ਅੱਜ ਸਾਧਨਾ ਕਰ ਰਹੇ ਹੋ, ਇਹਦਾ ਮਾਣ ਨਾ ਕਰਿਓ। ਮਾਣ ਹੋ ਗਿਆ ਤੇ ਅਕਾਲ ਪੁਰਖ ਨਹੀਂ ਮਿਲੇਗਾ। ਕਰਨਾ ਕੀ ਹੈ, ਮਨ ਦੇ ਭਾਵ ਹੈ ਨਾਮ ਸੁਹੇਲਾ। ਮਾਣ ਛੱਡ ਦਿਓ, ਆਪਣਾ ਮਨ ਅਕਾਲ ਪੁਰਖ ਦੇ, ਗੁਰੂ ਪਰਮੇਸ਼ਰ ਦੇ ਹੁਕਮ ਵਿੱਚ, ਉਹਦੇ ਸਿਧਾਂਤ ਅਨੁਸਾਰ ਚਲਾਓ। ਗੁਰਮਤਿ ਦੇ ਧਾਰਨੀ ਬਣੋ, ਅਕਾਲ ਪੁਰਖ ਦੇ ਗੀਤ ਗਾਓ। ਹੰਕਾਰ ਛੱਡ ਕੇ ਤੁਹਾਨੂੰ ਅਕਾਲ ਪੁਰਖ ਮਿਲ ਜਾਵੇਗਾ। ਜਿਵੇਂ ਬਾਣੀ ਦਾ ਫਰਮਾਨ ਹੈ, ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਭਾਰ। ਜਿਹੜਾ ਮਾਣ ਮੋਹ ਮਾਇਆ ਛੱਡਦਾ ਹੈ, ਉਹ ਆਪ ਵੀ ਮੁਕਤ ਹੈ, ਉਹ ਹੋਰਾਂ ਨੂੰ ਵੀ ਨਿਜਾਤ ਦਵਾ ਦਿੰਦਾ ਹੈ। ਸੋ ਕਹਿੰਦੇ ਮਾਣ ਛੱਡ ਦਿਓ। ਅੱਗੇ ਕੁਝ ਹੋਰ ਬਚਨ ਮਹਾਰਾਜ ਕਰਦੇ ਨੇ, ਕਾਮ ਕਰੋਧ ਸੰਗਤ ਦੁਰਜਨ ਕੀ, ਤਾਂਤੇ ਅਹਨਿਸ ਭਾਗੋ। ਇੱਥੇ ਦੀਨ ਦੁਨੀਆ ਦੇ ਮਾਲਕ ਇੱਕ ਗੱਲ ਕਹਿੰਦੇ ਨੇ, ਕਹਿੰਦੇ ਦੇਖੋ ਕਾਮ ਵਾਸ਼ਨਾ ਜਿਹੜੀ ਹੈ ਨਾ, ਉਹਦੇ ਕੋਲੋਂ ਆਪਣਾ ਆਪ ਬਚਾ ਲਵੋ। ਕਾਮ ਦੇ ਕਈ ਅਰਥ ਨੇ। ਕਾਮ ਦਾ ਮਤਲਬ ਹੈ ਪਰ ਸਰੀਰ ਦਾ ਸੰਗ ਕਰਨਾ, ਇਹ ਇੱਛਾ ਮਨ ਵਿੱਚ ਰੱਖਣੀ। ਕਾਮ ਦਾ ਮਤਲਬ ਹੈ ਕੋਈ ਮਨ ਦੇ ਵਿੱਚ ਖਿਆਲਾਤ ਪੈਦਾ ਕਰ ਲੈਣਾ, ਵਾਸ਼ਨਾ ਪੈਦਾ ਕਰਨੀ ਵੀ ਮੈਨੂੰ ਇਹ ਪਦਾਰਥ ਚਾਹੀਦੇ ਨੇ, ਉਹ ਪਦਾਰਥ ਚਾਹੀਦੇ ਨੇ, ਸੰਸਾਰ ਦੀ ਇੱਛਾ ਕਰਨੀ। ਕਹਿੰਦੇ ਇੱਕ ਤੇ ਜਿਹੜਾ ਇਹ ਕਾਮ ਦਾ ਪੱਖ ਹੈ, ਇਹ ਜਿਹੜੀ ਆਸ਼ਾ ਹੈ, ਇਸ ਦਾ ਤਿਆਗ ਕਰ ਦਿਓ। ਇਹ ਜਿਹੜੇ ਸੰਕਲਪ ਨੇ, ਇਹ ਜਿਹੜੇ ਫੁਰਨੇ ਨੇ, ਇਹਨਾਂ ਨੂੰ ਛੱਡ ਦਿਓ। ਜਿਵੇਂ ਬਾਣੀ ਚ ਆਉਂਦਾ ਹੈ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਜੋ ਵੀ ਇੱਛਾ ਕਰੇਗਾ, ਜੋ ਵੀ ਰਸ ਭੋਗੇਗਾ, ਉਹ ਰਸ ਵਿੱਚ ਤੇਰਾ ਧਿਆਨ ਲੱਗ ਜਾਵੇਗਾ। ਜਦੋਂ ਸੰਸਾਰ ਵਿੱਚ ਧਿਆਨ ਲੱਗ ਗਿਆ, ਸੰਸਾਰ ਦੇ ਰਸਾਂ ਵਿੱਚ ਧਿਆਨ ਲੱਗ ਗਿਆ, ਫਿਰ ਸੰਸਾਰ ਤੇ ਹੀ 84 ਲੱਖ ਜੂਨਾਂ ਨੇ, ਉਹਨਾਂ ਵਿੱਚ ਮੁੜ ਮੁੜ ਆਵੇਂਗਾ। ਨਿਰੰਕਾਰ ਦਾ ਧਿਆਨ ਲੱਗੇਗਾ ਤੇ ਨਿਰੰਕਾਰ ਦੇ ਚਰਨਾਂ ਵਿੱਚ ਭੇਦਤਾ ਮਿਲੇਗੀ, ਮੁਕਤ ਹੋ ਜਾਵੇਗਾ। ਸੋ ਸੰਸਾਰ ਦੀ ਜਿਹੜੀ ਇੱਛਾ ਹੈ, ਇਹ ਛੱਡ ਦਿਓ। ਭੋਗ ਦੀ ਜਿਹੜੀ ਇੱਛਾ ਹੈ, ਛੱਡ ਦਿਓ। ਜਿਹੜਾ ਕ੍ਰੋਧ ਹੈ, ਜਿਵੇਂ ਬਾਣੀ ਚ ਆਉਂਦਾ ਨਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਹਿੰਦੇ ਕ੍ਰੋਧ ਤੋਂ ਬਚੋ, ਜਿਉ ਕੰਚਨ ਸੁਹਾਗਾ ਢਾਲੈ। ਹੁਣ ਸੋਨੇ ਨੂੰ ਜਦੋਂ ਕੁਠਾਲੀ ਵਿੱਚ ਪਾਉਂਦੇ ਨੇ ਨਰਮ ਕਰਨ ਦੇ ਲਈ, ਉਹਦੀ ਮੈਲ ਕੱਢਣ ਦੇ ਲਈ, ਇਸ ਗੱਲ ਦਾ ਖਿਆਲ ਰੱਖਿਓ, ਕੁਠਾਲੀ ਲਫ਼ਜ਼ ਸੁਹਾਗੇ ਲਈ ਆਇਆ ਹੈ। ਜਿਵੇਂ ਸੁਹਾਗੇ ਦੇ ਵਿੱਚ ਸੋਨਾ ਨਰਮ ਹੁੰਦਾ ਹੈ, ਗਲਦਾ ਹੈ, ਕਾਮ ਕ੍ਰੋਧ ਵਿੱਚ ਤੇਰੇ ਜਿਹੜੇ ਸੱਚੇ ਸੁੱਚੇ ਗੁਣ ਸਨ, ਸਤ ਸੰਤੋਖ ਦਇਆ ਧਰਮੋ ਗਲ ਜਾਂਦੇ ਨੇ, ਤੂੰ ਔਗਣਾ ਨਾਲ ਭਰ ਜਾਣਾ ਹੈ। ਕਾਮ ਕ੍ਰੋਧ ਮਦ ਵਿਆਪਿਆ, ਫਿਰ ਜੋਨੀ ਪਾਏ। ਸੋ ਜਿਹੜਾ ਕਾਮ ਵਾਸ਼ਨਾ ਵਿੱਚ ਡੁੱਬਿਆ ਹੈ, ਜਿਹੜਾ ਦੁਨੀਆ ਤਾਈਂ ਆਸਾ ਲਾ ਕੇ ਬੈਠਾ ਹੈ, ਜਿਹੜਾ ਸੰਸਾਰ ਤਾਈਂ ਇੱਛਾ ਲਾ ਕੇ ਬੈਠਾ ਹੈ,
ਜਿਹੜਾ ਸੰਸਾਰ ਦੇ ਪਦਾਰਥਾਂ ਵਿੱਚ ਜੁੜਿਆ ਬੈਠਾ ਹੈ, ਨਿਰੰਕਾਰ ਜਿਹਨੂੰ ਚੇਤੇ ਨਹੀਂ ਹੈ, ਕਾਮ ਕ੍ਰੋਧ ਵਿੱਚ ਵਿਆਪਿਆ ਹੈ, ਫਿਰ ਜੂਨਾ ਵਿੱਚ ਉਹ ਪਾਇਆ ਜਾਂਦਾ ਹੈ। ਹੀ ਵਿਲ ਬੀ ਰੀਇਨਕਾਰਨੇਟਡ ਓਵਰ ਐਂਡ ਓਵਰ ਅਗੇਨ, ਵਾਰ-ਵਾਰ ਜੂਨਾ ਵਿੱਚ ਉਹ ਆਉਂਦਾ ਹੈ। ਸੋ ਮਹਾਰਾਜ ਪਾਤਸ਼ਾਹ ਇੱਕ ਗੱਲ ਸਮਝਾਉਂਦੇ ਨੇ, ਕਾਮ ਤੋਂ ਕ੍ਰੋਧ ਤੋਂ ਦੂਰੀ ਕਰ ਲਵੋ, ਸੰਗਤ ਦੁਰਜਨ ਕੀ। ਦੁਰਜਨ ਕਹਿੰਦੇ ਨੇ ਦੁਰਮਤ ਨੂੰ, ਖੋਟੇ ਪੁਰਸ਼ ਨੂੰ, ਮਨਮੁਖ ਨੂੰ, ਜਿਹੜਾ ਤੁਹਾਨੂੰ ਗੁਰੂ ਪਰਮੇਸ਼ਰ ਧਰਮ ਤੋਂ ਦੂਰ ਲਿਜਾਂਦਾ ਹੈ। ਬਾਣੀ ਕਹਿੰਦੀ ਹੈ, ਲਾਜ ਨਾ ਆਵੈ ਅਗਿਆਨ ਮਤੀ, ਦੁਰਜਨ ਬਿਰਮਾਈਐ ਰਾਮ, ਪਤਤ ਪਾਵਨ ਪ੍ਰਭ ਤਿਆਗ ਕਰੇ, ਕਹੋ ਕਤ ਠਹਿਰਾਈਐ ਰਾਮ। ਕਹਿੰਦੇ ਅਕਾਲ ਪੁਰਖ ਨੂੰ ਛੱਡ ਕੇ ਦੁਰਜਨਾਂ ਦੀ ਸੰਗਤ ਵਿੱਚ ਲੱਗਿਆ ਹੈ, ਡੁੱਬ ਜਾਵੇਂਗਾ। ਨਾਨਕ ਭਗਤ ਭਾਉ ਕਰ ਦਇਆਲ ਕੀ, ਜੀਵਨ ਪਦ ਪਾਈਐ ਰਾਮ। ਦੁਰਜਨਾਂ ਦੀ ਸੰਗਤ ਛੱਡ ਕੇ ਗੁਰਮੁਖਾਂ ਦੀ ਸੰਗਤ ਕਰ, ਊਤਮ ਸੰਗਤ ਊਤਮ ਹੋਵੈ। ਚੰਗਿਆਂ ਦੀ ਸੰਗਤ ਚੰਗੇ ਬਣਾ ਦਿੰਦੀ ਹੈ, ਜਿਵੇਂ ਚੋਰਾਂ ਦੀ ਸੰਗਤ ਚੋਰ ਬਣਾਉਂਦੀ ਹੈ ਨਾ, ਡਾਕੂਆਂ ਦੀ ਸੰਗਤ ਡਾਕੂਆਂ ਵਾਲਾ, ਲੁੱਟਾਂ ਖੋਹਾਂ ਵਾਲਾ ਸੁਭਾਅ ਬਣਾਉਂਦੀ ਹੈ। ਇਉਂ ਨਾਮ ਜਪਣ ਵਾਲਿਆਂ ਦੀ ਸੰਗਤ ਨਾਮ ਜਪਣ ਲਾਉਂਦੀ ਹੈ। ਜੋ ਨਾਮ ਜਪਦਾ ਹੈ ਉਸ ਨੂੰ ਜੀਵਨ ਪਦਵੀ ਮਿਲਦੀ ਹੈ, ਮੁਕਤ ਹੋ ਜਾਂਦਾ ਹੈ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਰਹਾਓ ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਮਹਾਰਾਜ ਕਹਿੰਦੇ ਇਹ ਯਤਨ ਕਰਿਆ ਕਰ। ਸੁਖ ਦਾ ਭਾਵ ਤੁਸੀਂ ਸਮਝਦੇ ਹੀ ਹੋ ਆਨੰਦ, ਖੁਸ਼ੀ, ਖੇੜਾ। ਜਦੋਂ ਕੋਈ ਪ੍ਰਾਪਤੀ ਹੋਵੇ ਨਾ, ਆਸਾ ਦੀ ਪੂਰਤੀ ਹੋਵੇ, ਅਸੀਂ ਖੁਸ਼ ਹੋ ਜਾਂਦੇ ਹਾਂ। ਜਦੋਂ ਕੁਛ ਹੱਥੋਂ ਨਿਕਲਦਾ ਹੈ ਅਸੀਂ ਦੁਖੀ ਹੁੰਦੇ ਹਾਂ। ਕਹਿੰਦੇ ਨਾ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਦੁੱਖ ਕੀ ਹੈ? ਜੋ ਸੁਖ ਦੇ ਉਲਟ ਹੈ, ਵਿਪਰੀਤ ਹੈ। ਕੁਝ ਮਿਲਿਆ ਤੇ ਸੁਖ ਹਾਸਲ ਹੋਇਆ, ਕੁਝ ਖੁੱਸ ਗਿਆ, ਅਸੀਂ ਦੁਖੀ ਹੋਏ, ਅਸੀਂ ਕਸ਼ਟ ਵਿੱਚ ਆਏ, ਕਲੇਸ਼ ਵਿੱਚ ਆਏ, ਤਕਲੀਫ ਵਿੱਚ ਆਏ। ਕਹਿੰਦੇ ਦੁੱਖ ਵਿੱਚ ਸੁਖ ਵਿੱਚ ਸਮ ਰਹਿਣਾ ਹੈ। ਇਹ ਸੁਭਾਅ ਐਸਾ ਬਣਾਉਣਾ ਹੈ, ਸੁਖ ਦੁੱਖ ਸਮ ਕਰ ਜਾਣੀਐ ਹੈ, ਸ਼ਬਦ ਭੇਦ ਸੁਖ ਹੋਏ। ਸਮ ਕਰ ਜਾਣਨਾ ਹੈ ਦੋਵਾਂ ਨੂੰ। ਇਸ ਗੱਲ ਦਾ ਖਿਆਲ ਰੱਖਿਓ, ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ। ਕਹਿੰਦੇ ਜੋ ਤੂੰ ਬੀਜਿਆ ਉਹਦੇ ਅਨੁਸਾਰ ਹੀ ਸੁੱਖ ਦੁੱਖ ਤੂੰ ਪਾਉਣੇ ਨੇ। ਚੰਗਾ ਬੀਜਿਆ ਤੇ ਸੁੱਖ ਪਾਵੇਂਗਾ, ਕਿਸੇ ਦਾ ਬੁਰਾ ਕੀਤਾ ਤੇ ਦੁੱਖ ਪਾਵੇਂਗਾ। ਪਰਮਾਤਮਾ ਦਾ ਇਹਦੇ ਵਿੱਚ ਕਸੂਰ ਨਹੀਂ ਹੈ। ਹੁਣ ਤੇਰੀ ਇਹ ਖੇਤੀ ਹੈ, ਜੀਵਨ, ਬੀਜ ਤੂੰ ਬੀਜਿਆ, ਕਰਮ ਤੂੰ ਕੀਤਾ। ਹੁਣ ਖੇਤੀ ਤੇਰੀ ਹੈ, ਖੇਤ ਤੇਰਾ ਹੈ, ਤੇ ਗੁਆਂਢੀ ਫਸਲ ਕਿੱਦਾਂ ਕੱਟ ਸਕਦਾ ਹੈ? ਕੱਟਣਾ ਵੀ ਤੈਨੂੰ ਪਵੇਗਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸੋ ਰੱਬ ਇਹਦਾ ਦੋਸ਼ੀ ਨਹੀਂ ਹੈ। ਰੱਬ ਨੇ ਤੇ ਤੈਨੂੰ ਏਡਾ ਸੁੰਦਰ ਜੀਵਨ ਦਿੱਤਾ ਹੈ, ਦੁਰਲਭ ਜੀਵਨ ਦਿੱਤਾ ਹੈ, ਮਨੁੱਖਾ ਜਾਮਾ ਦਿੱਤਾ ਹੈ। ਹੁਣ ਤੂੰ ਵਿਗਾੜ ਲਿਆ। ਤੂੰ ਬੀਜਿਆ ਜੋ ਹੈ ਉਹੀ ਤੂੰ ਪਾਵੇਂਗਾ। ਕੰਡੇ ਬੀਜੇ ਤੇ ਦੁੱਖ ਪਾਵੇਂਗਾ, ਕਿਸੇ ਦੇ ਕਦਮਾਂ ਤਲੇ ਫੁੱਲ ਵਿਛਾਏ ਨੇ ਤੇ ਸੁੱਖ ਪਾਵੇਂਗਾ। ਸੋ ਮਹਾਰਾਜ ਪਾਤਸ਼ਾਹ ਇਹ ਗੱਲ ਕਹਿੰਦੇ ਨੇ, ਐ ਸਾਧੂ ਜਨੋ ਸਤਿਪੁਰਸ਼ੋ, ਤੁਸੀਂ ਅਕਾਲ ਪੁਰਖ ਦੀ ਪ੍ਰਾਪਤੀ ਲਈ ਚੱਲੇ ਹੋ, ਸੁੱਖ ਦੇ ਦੁੱਖ ਨੂੰ ਸਮ ਕਰਕੇ ਜਾਣੋ। ਔਰ ਮਾਨ ਅਪਮਾਨਾ, ਮਾਨ ਦਾ ਇੱਥੇ ਭਾਵ ਹੈ ਆਦਰ, ਸਤਕਾਰ। ਕੋਈ ਤੁਹਾਡਾ ਆਦਰ ਕਰੇ, ਆਨੰਦ ਵਿੱਚ ਰਹਿਣਾ ਹੈ। ਕੋਈ ਨਿਰਾਦਰ ਵੀ ਕਰ ਦਵੇ, ਅਪਮਾਨ ਵੀ ਕਰ ਦਵੇ, ਤੁਹਾਨੂੰ ਤਿਰਸਕਾਰ ਵੀ ਦੇ ਦਵੇ, ਬੇਇੱਜ਼ਤ ਵੀ ਕਰ ਦਵੇ, ਕਹਿੰਦੇ ਫਿਰ ਵੀ ਬਹੁਤਾ ਅਸਰ ਨਹੀਂ ਕਰਨਾ, ਆਨੰਦ ਵਿੱਚ ਰਹਿਣਾ ਹੈ। ਕੌਣ ਹੈ ਕਿਸੇ ਦਾ ਨਿਰਾਦਰ ਕਰਨ ਵਾਲਾ? ਕੌਣ ਹੈ ਕਿਸੇ ਨੂੰ ਸੁੱਖ ਦੁੱਖ ਦੇਣ ਵਾਲਾ? ਇਹ ਸਭ ਤੁਹਾਡੇ ਲਿਖੇ ਕਰਮਾਂ ਅਨੁਸਾਰ ਹੀ ਹੋ ਰਿਹਾ ਹੈ। ਪਰਮਾਤਮਾ ਦੇ ਹੁਕਮ ਵਿੱਚ ਸਾਰੇ ਹੀ ਆਪਾਂ ਨੱਚ ਰਹੇ ਹਾਂ। ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਮਾਨ। ਪਰਮਾਤਮਾ ਹਰ ਜ਼ਰੇ ਵਿੱਚ ਹੈ, ਚਾਹੇ ਕੋਈ ਉੱਚਾ ਹੈ, ਚਾਹੇ ਕੋਈ ਨੀਵਾਂ ਹੈ, ਸਾਰਿਆਂ ਤੋਂ ਕਰਮ ਉਹੀ ਕਰਵਾਉਂਦਾ ਹੈ। ਮਹਾਰਾਜ ਕਹਿੰਦੇ ਨੇ ਨਾ ਬਾਣੀ ਵਿੱਚ, ਉਸਤਤ ਨਿੰਦਾ ਇਹ ਸਮ ਜਾਕੈ, ਲੋਭ ਮੋਹ ਫੁਨ ਤੈਸਾ, ਦੁੱਖ ਸੁਖ ਇਹ ਬਾਧੇ ਜੇ ਨਾਹਨ, ਤਿਹ ਤੁਮ ਜਾਨੋ ਗਿਆਨੀ, ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਕਹਿੰਦੇ ਜਿਹੜਾ ਸੁੱਖ ਦੁੱਖ ਵਿੱਚ ਸਮ ਰਹਿੰਦਾ ਹੈ, ਉਸਤਤ ਨਿੰਦਾ ਵਿੱਚ ਸਮ ਰਹਿੰਦਾ ਹੈ, ਆਨੰਦ ਵਿੱਚ ਰਹਿੰਦਾ ਹੈ, ਅਕਾਲ ਪੁਰਖ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਉਹੀ ਗਿਆਨੀ ਹੈ, ਉਹੀ ਮੁਕਤ ਹੈ,
ਹੀ ਵਿਲ ਬੀ ਲਿਬਰੇਟਡ, ਉਹੀ ਨਿਜਾਤ ਹਾਸਲ ਕਰੇਗਾ। ਸੋ ਇਹ ਸੰਤ ਦੀ ਇੱਕ ਅਵਸਥਾ ਹੈ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਦੀਨ ਦੁਨੀਆ ਦੇ ਮਾਲਕ ਆਖਣ ਲੱਗੇ, ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਨਾ। ਕਹਿੰਦੇ ਜਿਹੜਾ ਹਰਖ ਵਿੱਚ, ਹਰਖ ਦਾ ਮਤਲਬ ਹੈ ਹਰਸ਼, ਹਰਸ਼ ਕਹਿੰਦੇ ਨੇ ਪ੍ਰਸੰਨਤਾ ਨੂੰ। ਸੋਗ ਫਾਰਸੀ ਦਾ ਲਫ਼ਜ਼ ਹੈ, ਪਰਸ਼ੀਅਨ ਦਾ। ਸੋਗ ਦਾ ਮਤਲਬ ਹੈ ਮੁਸੀਬਤ, ਦੁੱਖ, ਗਮ, ਸ਼ੋਕ। ਸੰਸਕ੍ਰਿਤ ਵਿੱਚ ਸ਼ੋਕ ਕਹਿ ਦਿੰਦੇ ਨੇ ਸੋਗ ਨੂੰ। ਕਹਿੰਦੇ ਦੇਖੋ, ਤਤਵ ਦੀ ਪਹਿਚਾਣ, ਤਤ ਕੀ ਹੈ? ਸਾਰ ਵਸਤੂ, ਜੋ ਅਸਲ ਦੁਨੀਆ ਦਾ ਰਚਨਹਾਰ ਪਰਮੇਸ਼ਵਰ ਹੈ। ਕਹਿੰਦੇ ਤਤ ਦੀ ਪਹਿਚਾਣ ਉਸ ਨੂੰ ਹੀ ਹੋਈ ਜਿਹੜਾ ਹਰਖ ਤੇ ਸੋਗ ਵਿੱਚ ਇੱਕ ਰਸ ਰਹਿੰਦਾ ਹੈ, ਜੋ ਸਮਝਦਾ ਹੈ ਵੀ ਸੁੱਖ ਦੁੱਖ ਮੇਰੇ ਕਰਮਾਂ ਕਾਰਨੀ ਮੈਨੂੰ ਮਿਲੇ ਨੇ, ਔਰ ਪਰਮਾਤਮਾ ਤੇ ਗਿਲਾ ਨਹੀਂ ਕਰਦਾ, ਉਹਦੇ ਭਾਣੇ ਵਿੱਚ ਚੱਲਦਾ ਹੈ। ਚਰਨ ਕਮਲ ਜਾਂ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਜਿਹੜਾ ਅਕਾਲ ਪੁਰਖ ਨੂੰ ਚੇਤੇ ਰੱਖੇ, ਉਹਦੇ ਹੁਕਮ ਵਿੱਚ ਚੱਲੇ, ਉਹਨੂੰ ਦੁੱਖ ਦੁੱਖ ਹੋ ਕੇ ਲੱਗਦਾ ਹੀ ਨਹੀਂ ਹੈ। ਸੂਲੀ ਵਰਗਾ ਦੁੱਖ ਉਹਦੇ ਜੀਵਨ ਚ ਕੰਡਾ ਬਣ ਜਾਂਦਾ ਹੈ। ਬਾਣੀ ਕਹਿੰਦੀ ਹੈ, ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ, ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ। ਕਹਿੰਦੇ ਅਕਾਲ ਪੁਰਖ ਨੂੰ ਯਾਦ ਕਰ, ਤੇਰੇ ਜੀਵਨ ਚੋਂ ਦੁੱਖ ਮਿਟ ਜਾਣਗੇ। ਤਹ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਹੋ ਦੀਆ। ਜਿਹੜਾ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ, ਉਸ ਨੂੰ ਤਤਵ ਦੀ ਪਹਿਚਾਣ ਹੈ, ਰੋਗ ਸੋਗ ਤੋਂ ਉਹ ਰਹਿਤ ਹੈ। ਅੱਗੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਿਸਨੇ ਸੁਭਾਅ ਬਣਾ ਲਿਆ, ਫਿਰ ਧਿਆਨ ਦਿਓ, ਉਸਤਤ ਦਾ ਮਤਲਬ ਹੈ ਤਾਰੀਫ, ਵਡਿਆਈ, ਸ਼ਲਾਘਾ। ਸਾਡੀ ਕੋਈ ਵਡਿਆਈ ਕਰੇ ਤੇ ਟੱਪਣ ਲੱਗ ਪੈਨੇ ਆ, ਨੱਚਣ ਲੱਗ ਪੈਨੇ ਆ। ਨਿੰਦਾ, ਹਜਵ, ਗੁਣਾਂ ਵਿੱਚ ਦੋਸ਼ ਲੱਭਣੇ। ਸਾਡੇ 'ਚ ਕੋਈ ਦੋਸ਼ ਥੋਪੇ, ਕੋਈ ਦੋਸ਼ ਲੱਭੇ, ਸਾਡੀ ਕੋਈ ਨਿੰਦਾ ਕਰੇ, ਬੁਰਾ ਆਖੇ, ਅਸੀਂ ਝਗੜਾ ਕਰਦੇ ਹਾਂ। ਕਹਿੰਦੇ ਨਾ ਕਰ। ਜੇ ਕਿਸੇ ਨੇ ਤੈਨੂੰ ਤੇਰਾ ਕੋਈ ਔਗਣ ਦਰਸਾ ਦਿੱਤਾ ਹੈ ਤੇ ਜੀਵਨ 'ਚ ਸੁਧਾਰ ਕਰ। ਕੋਈ ਤੇਰੀ ਨਿੰਦਾ ਕਰੇ, ਉਸਤਤ ਕਰੇ, ਕਹਿੰਦੇ ਇੱਕ ਸਮ ਰਹਿਣਾ ਹੈ। ਵੈਸੇ ਵੇਖੋ, ਮਹਾਰਾਜ ਦਾ ਹੁਕਮ ਹੈ, ਕਹਿੰਦੇ ਨਿੰਦਾ ਕਿਸੇ ਦੀ ਨਹੀਂ ਕਰਨੀ ਚਾਹੀਦੀ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਭਵਨ। ਲੋਕ ਪਰਲੋਕ ਉਹਨਾਂ ਦਾ ਮੂੰਹ ਕਾਲਾ ਹੈ ਜਿਹੜੇ ਲੋਕਾਂ 'ਚ ਦੋਸ਼ ਲੱਭਦੇ ਨੇ। ਆਪਣੇ ਜੀਵਨ ਵਿੱਚ ਦੋਸ਼ ਲੱਭੋ ਤੇ ਸੁਧਾਰ ਕਰੋ। ਸਤ ਸੰਤੋਖ ਦਇਆ ਧਰਮ ਚੰਗੇ ਗੁਣਾਂ ਦੇ ਧਾਰਨੀ ਹੋ। ਕਹਿੰਦੇ ਨਿਰਵਾਣ ਪਦਵੀ ਚਾਹੀਦੀ ਹੈ, ਸਾਰਿਆਂ ਨੂੰ ਚਾਹੀਦੀ ਹੈ। ਨਿਰਵਾਣ ਕੀ ਹੈ? ਜਿਸਨੇ ਛੁਟਕਾਰਾ ਪਾ ਲਿਆ, ਜਿਸਨੇ ਰਿਹਾਈ ਪਾ ਲਈ, ਰੋਗਾਂ ਸੋਗਾਂ ਤੋਂ, 84 ਲੱਖ ਜੂਨ ਤੋਂ ਜੋ ਮੁਕਤ ਹੋ ਗਿਆ। ਅਗਰ ਨਿਰਵਾਣ ਪਦਵੀ ਚਾਹੀਦੀ ਹੈ ਤੇ ਉਸਤਤ ਨਿੰਦਾ ਨੂੰ ਸਮ ਕਰਕੇ ਮੰਨਣਾ ਹੈ। ਮਹਾਰਾਜ ਆਖਣ ਲੱਗੇ, ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਮਿਥਿਆ ਜਿਹਬਾ ਅਵਰੇ ਕਾਮ, ਨਿਰਵਾਣ ਪਦ ਇੱਕ ਹਰ ਕੋ ਨਾਮ। ਜ਼ੁਬਾਨ ਨਾਲ ਚੁਗਲੀ ਨਿੰਦਾ ਨਾ ਕਰ, ਉਸਤਤ ਨਿੰਦਾ ਨਾ ਕਰ। ਇਹ ਮਿਥਿਆ ਕਰਮ ਹੈ, ਕਿਸੇ ਕਾਰੇ ਨਹੀਂ ਆਉਣ ਵਾਲਾ। ਕਹਿੰਦੇ ਇੱਕ ਕਰਮ ਕਰਿਆ ਕਰ, ਨਿਰਵਾਣ ਪਦ ਇੱਕ ਹਰ ਕੋ ਨਾਮ। ਅਕਾਲ ਪੁਰਖ ਦਾ ਨਾਮ ਜ਼ੁਬਾਨ ਨਾਲ ਜਪ, ਉਸਤਤ ਨਿੰਦਾ ਲੋਕਾਂ ਦੀ ਛੱਡ ਦੇ, ਨਿਰਵਾਣ ਪਦਵੀ ਪਾਵੇਂਗਾ, ਅਮਰ ਪਦਵੀ। ਤੇਰਾ ਨਾਮ ਸਦੀਵੀ ਰਹੇਗਾ, ਜਿਵੇਂ ਮਹਾਪੁਰਸ਼ਾਂ ਦਾ ਰਹਿੰਦਾ ਹੈ। ਬਾਬਾ ਫਰੀਦ ਜੀ, ਬਾਬਾ ਕਬੀਰ ਜੀ ਵਰਗੇ ਸਤਪੁਰਸ਼ਾਂ ਦਾ ਰਹਿੰਦਾ ਹੈ। ਅਖੀਰਲੀ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਕਹਿੰਦੇ ਜਿਹੜੀ ਸਾਰੀ ਖੇਡ ਹੈ ਨਾ, ਸੁੱਖ ਦੁੱਖ ਵਿੱਚ ਸਮ ਰਹਿਣਾ, ਉਸਤਤ ਨਿੰਦਾ ਨੂੰ ਸਮ ਜਾਣਨਾ, ਕੰਚਨ ਮਾਟੀ ਨੂੰ ਇੱਕ ਸਮਾਨ ਸਮਝਣਾ, ਕਾਮ ਕ੍ਰੋਧ ਤੋਂ ਨਿਜਾਤ ਹਾਸਲ ਕਰਨੀ, ਸਾਧਨਾ ਦਾ, ਸੇਵਾ ਦਾ, ਭਜਨ ਦਾ ਮਾਣ ਛੱਡ ਦੇਣਾ। ਇਹ ਕਾਰਜ ਬੜਾ ਔਖਾ ਹੈ, ਇਹ ਰਸਤਾ ਬੜਾ ਔਖਾ ਹੈ। ਇੱਥੇ ਤਿਲਕਣਬਾਜੀ ਬੜੀ ਹੈ। ਪਤਾ ਨਹੀਂ ਕਦੋਂ ਹੰਕਾਰ ਜੀਵਨ ਵਿੱਚ ਆ ਜਾਵੇ, ਕਦੋਂ ਸਾਡੇ ਜੀਵਨ ਦੀ ਬੇੜੀ ਨੂੰ ਹੰਕਾਰ ਦਾ ਛੇਕ ਡਬੋ ਦਵੇ। ਇਹ ਰਸਤਾ ਔਖਾ ਹੈ। ਵਿਰਲੇ ਹੀ ਗੁਰਮੁਖ ਇਸ ਰਸਤੇ ਤੇ ਚੱਲ ਪਾਏ, ਸਮਝ ਪਾਏ ਇਸ ਰਸਤੇ ਨੂੰ। ਸੁਖ ਉਪਜੇ, ਦੁੱਖ ਸਗਲ ਬਿਨਾਸੇ, ਪਾਰ ਬ੍ਰਹਮ ਲਿਵਲਾਈ,
ਤਰਿਓ ਸੰਸਾਰ ਕਠਨ ਪੈ ਸਾਗਰ, ਹਰ ਨਾਨਕ ਚਰਨ ਧਿਆਈ। ਕਹਿੰਦੇ ਜਿਹੜਾ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ ਉਹੀ ਕਠਨ ਸਾਗਰ ਤੋਂ ਤਰਦਾ ਹੈ, ਗੁਰਮਤਿ ਦੇ ਸਿਧਾਂਤ ਤੇ ਚੱਲ ਕੇ ਜੀਵਨ ਸਫਲਾ ਕਰਦਾ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਿਚਾਰ ਨੂੰ ਦਾਸ ਇੱਥੇ ਸੰਕੋਚਦਾ ਹੈ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।